कोट दोष विनाशनम रविदास चरणम ध्यान दंडम कुल समूह उदाहरणम सुमंत्रम रविदास वचनम कोट दोष विनाशनम रविदास चरणम दान दंडम कुल समूह उदाहरणम हर सो हीरा छाड़ के करहे आन की आस ते नर दोजक जाएंगे सत पाखे रविदास हर सो हीरा छाड़ के करहे आन की आस ते नर दोजक जाएंगे सत पाखे रविदास सत पाखे रविदास। धन धन साहिबे कमाल जगत गुरु भगती भारत के जन्मदाता बेगमपुर के निर्माता साहिब सतगुर बाते पावन दरबार विच विराजमान श्री श्री 108 स्वामी गुरदीप जी महाराज और गुरु प्रसाद सिंह जी आप सब जी को जय गुरुदेव जय गुरुदास। आस्था वाणी सतगुरु दासमा जी की एक ओंकार सतगुरु प्रसाद। माटे को पुत्रा कैसे नचत है देखे देखे सुने बोले दौड़ो फिरत है माटी को पुत्रा कैसे नचत है देखे देखे सुने बोले दौड़ो फिरत है रहा। साहिब सतगुरु रविदास महाराज जी दे पावन ते पवित्र दरबार विच जुड़ बैठी गुरु प्यारी साध संगत जीओ सब नूं जय गुरुदेव। पाठी साहब ने साहिब श्री गुरु रविदास महाराज जी की पवित्र बाणी का शब्द लिया है। माटी को पुत्रा कैसे नचता है। सतगुरा ने इस इंसान मिट्टी का पुतला कहता। साडे मनां दे विच आउंदा कि मिट्टी दा पुतला किस तरह होया। ये तां हड्डियां मास नाड़ियां दा बनिया होया। पर दास ने पहला भी इस शब्द ते 2-3 वारी विचार कीता कि जेकर गहराई च जाके देखा जाए तो इंसान दा बेस मिट्टी ही है। जिस हालत विच अज असी हाँ जेकर थोड़ा पिछे चले जाइए तो असी कदे बचपन च होंदे सी ते जेकर बचपन दे भी पीछे चला जाइए ते असी माता दे गर्भ दे विच एक मास दे पीस विच सा मास दे टुकड़े च सा। जेकर उहदे भी असी पीछे चले जाइए तो असी पिता दे अंदर एक बिंद च सा। ते जेकर उहदी बैकग्राउंड देखिए तो मां पिता दी बिंद बने। तो जेकर खून देखा जाए मां दे अंदर चाहे खून पैदा होया चाहे पिता दे अंदर खून पैदा हो
ਤੋ ਉਹ ਕਾਦੇ ਤੋਂ ਹੋਇਆ? ਬਨਾਸਪਤੀ ਖਾਨ ਦੇ ਨਾਲ। ਚਾਹੇ ਅਸੀਂ ਸਬਜ਼ੀਆਂ ਖਾਧੀਆਂ, ਚਾਹੇ ਫਰੂਟ ਖਾਧਾ, ਦਾਲਾਂ ਖਾਧੀਆਂ, ਅਨਾਜ ਖਾਧਾ, ਉਹਦੇ ਤੋਂ ਮਾਤਾ ਦੇ ਗਰਭ ਚ ਪਿਤਾ ਦੇ ਅੰਦਰ ਬਲੱਡ ਪੈਦਾ ਹੋਇਆ। ਤੇ ਜਿਤਨੀ ਬਨਾਸਪਤੀ ਹੈ ਇਹ ਕਿੱਥੇ ਪੈਦਾ ਹੋਈ? ਮਿੱਟੀ ਚੋਂ। ਮਿੱਟੀ ਚੋਂ ਬਨਾਸਪਤੀ ਪੈਦਾ ਹੋਈ। ਬਨਾਸਪਤੀ ਖਾਣ ਦੇ ਨਾਲ ਪਿਤਾ ਦੇ ਅੰਦਰ, ਮਾਤਾ ਦੇ ਅੰਦਰ ਖੂਨ ਬਣਿਆ, ਖੂਨ ਤੋਂ ਬਿੰਦ ਬਣਿਆ। ਫਿਰ ਇਹ ਗੁਰੂ ਜੀ ਕਹਿੰਦੇ ਇੱਕ ਮਾਸ ਦਾ ਟੁਕੜਾ ਮਾਤਾ ਦੇ ਗਰਭ ਚ ਬਣ ਗਿਆ। ਤੋ ਮਾਲਕ ਨੇ 4 ਤੱਤ ਹੋਰ ਲਾ ਦਿੱਤੇ, ਪਾਣੀ, ਅਗਨੀ, ਆਕਾਸ਼ ਤੇ ਹਵਾ। ਤੈਨੂੰ 5 ਤੱਤ ਦਾ ਬਣਾ ਕੇ ਦੁਨੀਆ ਵਿੱਚ ਭੇਜ ਦਿੱਤਾ। ਤੇ ਉਹਦੇ ਵਿੱਚ ਫਿਰ ਆਪਣਾ ਅੰਸ਼ ਪਾਤਾ। ਕਿਹੜਾ? ਆਤਮਾ। ਹੁਣ ਇਹ ਦੁਨੀਆ ਵਿੱਚ ਆਇਆ, ਸੰਸਾਰ ਵਿੱਚ ਆਇਆ, ਥੋੜਾ ਵੱਡਾ ਹੋਇਆ ਤਾਂ ਕੀ ਹੋਇਆ? ਫਿਰ ਇਹਦੀ ਹਾਲਤ ਦੇਖੋ ਕਿਸ ਤਰ੍ਹਾਂ ਦੀ ਹੈ। ਇਹ ਹੁਣ ਮਾਟੀ ਕਾ ਪੁੱਤਰਾ कैसे नचत है। ये किस तरह नच रहा है? पूरी दुनिया ही नच रही है। कोई किसे पासे नू, कोई किसे पासे नू दौड़े। ज्यादातर कादे लई? माया लई। माया कई बार असी सोचते हाँ तो माया मतलब पैसे लई। नहीं, पैसा साडे जीवन ਚਾਹੀਦਾ। ਪੈਸਾ ਨਾ ਹੁੰਦਾ ਤੇ ਤੁਸੀਂ ਇੱਥੇ ਸਤਸੰਗ ਚ ਨਹੀਂ ਆ ਸਕਦੇ। ਪੈਸਾ ਨਾ ਹੁੰਦਾ ਤਾਂ ਇਹ ਹਾਲ ਨਾ ਹੁੰਦਾ। ਸਤਸੰਗ ਪੈਸਾ ਨਾ ਹੋਵੇ ਤਾਂ ਸਾਰੀ ਦੁਨੀਆ ਦੇ ਕੰਮ ਹੋ ਸਕਦਾ ਹੈ, ਅੱਜ ਦੇ ਜ਼ਮਾਨੇ ਚ ਠਾਪੀ ਹੋ ਜਾਣ। ਇੱਥੇ ਸਮਝ ਲੈਣਾ ਬਹੁਤ ਜ਼ਰੂਰੀ ਹੈ ਕਿ ਮਾਇਆ ਕਿਹਨੂੰ ਕਹਿੰਦੇ ਨੇ। ਜਦੋਂ ਤੱਕ ਤੁਸੀਂ ਪੈਸੇ ਨੂੰ ਵਰਤਦੇ ਰਹੇ ਹੋ, ਪੈਸਾ ਹੈ। ਜਦੋਂ ਪੈਸੇ ਨੇ ਤੁਹਾਨੂੰ ਵਰਤਣਾ ਸ਼ੁਰੂ ਕਰ ਦਿੱਤਾ ਤਾਂ ਮਾਇਆ ਬਣ ਗਈ। ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਕਿਸ ਤਰ੍ਹਾਂ ਨੱਚ ਰਹਾ ਹੈ। ਮੈਂ ਕਿਸੇ ਤਰੀਕੇ ਬਹੁਤ ਵੱਡਾ ਧਨਾਢ ਹੋ ਜਾਵਾਂ। ਕਦੇ ਕਦੇ ਤੇ ਸੋਚ ਆ ਜਾਂਦੀ ਹੈ ਮੇਰਾ ਪਿਤਾ ਕਦੋਂ ਜਾਏਗਾ, ਕਦੋਂ ਮਾਇਆ ਮੇਰੇ ਹੱਥ ਆਏਗੀ, ਹੈ ਨਾ। ਇਹ ਮਾਇਆ ਦਾ ਰੂਪ ਬਣਿਆ ਹੋਇਆ ਪੈਸਾ। ਇਹ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਨੱਚਿਆ ਹੀ ਫਿਰਦਾ ਵਿਚਾਰਾ। ਕਦੇ ਕਦੇ ਤੇ ਸੋਚਦਾ ਮੈਂ ਬਹੁਤ ਵੱਡਾ ਕਿਤੇ ਤਰਨਾੜ ਹੋ ਜਾਵਾਂ, ਤੇ ਕਦੇ ਕਦੇ ਕਹਿੰਦਾ ਰਾਜਾ ਪਰਥਰੀ ਵਾਂਗ ਹੋ ਜਾਵਾਂ। ਰਾਜਾ ਹੋ ਕੇ ਵੀ ਜਿਸ ਨੇ ਸਾਰਾ ਕੁਝ ਤਿਆਗ ਦਿੱਤਾ। ਇਸ ਤਰ੍ਹਾਂ ਇਹ ਨੱਚ ਰਿਹਾ, ਕਦੀ ਕੁਝ ਸੋਚਦਾ, ਕਦੀ ਕੁਝ ਸੋਚਦਾ। ਕਦੀ ਸੋਚਦਾ ਮੈਂ ਬਹੁਤ ਵੱਡਾ ਪਰਿਵਾਰ ਵਾਲਾ ਹੋ ਜਾਵਾਂ, ਤੇ ਕਦੇ ਕਦੇ ਕਹਿੰਦਾ ਕਿਤੇ ਇਕੱਲੇ ਬੈਠ ਕੇ ਮਾਲਕ ਨੂੰ ਯਾਦ ਕਰਾਂ। ਕਦੇ ਕਦੇ ਸੋਚਦਾ ਕਿ ਮੈਂ MLA MP ਮੁੱਖ ਮੰਤਰੀ ਬਣ ਜਾਵਾਂ, ਤੇ ਕਦੇ ਕਦੇ ਕਹਿੰਦਾ ਕੀ ਇਸ ਸਿਆਪੇ 'ਚ ਰੱਖਿਆ ਹੋਇਆ, ਕਿਤੇ ਫਕੀਰ ਬਣ ਜਾਵਾਂ। ਇਹ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਇਹ ਨੱਚਦਾ ਫਿਰਦਾ। ਦੇਖੇ ਦੇਖੇ ਸੁਨੇ ਬੋਲੇ ਔਰ ਦੌੜਿਓ ਫਿਰਤ। ਮਾਲਕ ਨੇ ਇਸ ਤੇ 9 ਮਹੀਨੇ ਦੇ ਵਿੱਚ ਬਹੁਤ ਵਧੀਆ ਮਿਹਨਤ ਕਰਕੇ ਇਹਨੂੰ ਬਹੁਤ ਵਧੀਆ ਬਣਾ ਕੇ ਭੇਜ ਦਿੱਤਾ ਦੁਨੀਆ 'ਚ। ਇਹਨੂੰ ਦੇਖਣ ਦੀ ਤਾਕਤ ਦੇ ਦਿੱਤੀ, ਸੁਣਨ ਦੀ ਤਾਕਤ ਦੇ ਦਿੱਤੀ, ਬੋਲਣ ਦੀ ਤਾਕਤ ਦੇ ਦਿੱਤੀ। ਮਾਲਕ ਨੇ ਸਾਰੇ ਸਾਡੇ ਅੰਗ ਲਗਾ ਦਿੱਤੇ। ਹੁਣ ਕੰਮ ਹੈ ਸਾਡੇ ਹੱਥ। ਕਿਹਦੇ ਹੱਥ? ਸਾਡੇ ਹੱਥ। ਇਹ ਮਿੱਟੀ ਦੇ ਪੁਤਲੇ ਦੇ ਹੱਥ। ਇਹਨੂੰ ਦੇਖਣਾ ਕਿਸ ਤਰ੍ਹਾਂ ਹੈ, ਸੁਣਨਾ ਕਿਸ ਤਰ੍ਹਾਂ ਹੈ, ਬੋਲਣਾ ਕਿਸ ਤਰ੍ਹਾਂ। ਵੈਸੇ ਤੇ ਮਾਲਕ ਨੇ ਇਹਨੂੰ ਦਿੱਤਾ ਸੀ
ਚੰਗਾ ਬੋਲਣ ਲਈ, ਚੰਗਾ ਦੇਖਣ ਲਈ। ਜਿਸ ਤਰ੍ਹਾਂ ਗੁਰਬਾਣੀ ਦੇ ਵਿੱਚ ਆਇਆ ਹੀ ਹੈ, ਅੰਤਰ ਗੁਰੂ ਆਰਾਧਨਾ, ਜਿਹਵਾ ਜਪ ਗੁਰ ਨਾਉ, ਸਤ ਸਰਵਣੀ ਸੁਨਣਾ ਗੁਰ ਨਾਉ, ਸਤਿਗੁਰ ਸੇ ਤੀਰਥ ਨੇਤਰੀ, ਸਤਿਗੁਰ ਪੇਖਣਾ ਸਰਵਣੀ ਸੁਨਣਾ ਗੁਰ ਨਾਉ, ਸਤਿਗੁਰ ਸੇ ਤੀਰਥ ਆ ਦਰਗਾ ਪਾਈਏ ਠਾਉ, ਕਹੋ ਨਾਨਕ ਕਿਰਪਾ ਕਰੈ, ਜਿਸ ਨੂੰ ਇਹ ਵਥ ਦੇ, ਜਗ ਮੇ ਉਤਮ ਕਾਢੀਐ ਵਿਰਲੇ ਕਈ ਕੇ। ਜਿਸ ਤਰ੍ਹਾਂ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ, ਇਸੇ ਤਰ੍ਹਾਂ ਸਤਿਗੁਰੂ ਰਵਿਦਾਸ ਜੀ ਨੇ ਪਹਿਲਾਂ ਕਿਹਾ ਸੀ, ਚਿਤ ਸਿਮਰਨ ਕਰੋ ਨੈਣ ਅਵਲੋਕਨੋ, ਸਰਵਨ ਬਾਣੀ ਸਪੂਰ ਰਾਖਿਓ, ਮਨ ਕਰ ਮਧੁ ਕਰ ਕਰਿਓ, ਚਰਨ ਹਿਰਦੇ ਤਰਿਓ, ਰਸਨ ਅੰਮ੍ਰਿਤ ਰਾਮ ਨਾਮ ਪਾਖਿਓ। ਗੁਰੂ ਜੀ ਕਹਿੰਦੇ ਨੇ, ਜ਼ਬਾਨ ਦੇ ਨਾਲ ਅਸੀਂ ਪ੍ਰਭੂ ਜਸ ਨੂੰ ਗਾਇਨਾ ਸੀ, ਕੰਨਾਂ ਦੇ ਨਾਲ ਉਹਦਾ ਜਸ ਸੁਣਨਾ ਹੈ, ਅੱਖਾਂ ਦੇ ਨਾਲ ਉਹਦੇ ਨੂਰੀ ਸਰੂਪ ਦੇ ਦਰਸ਼ਨ ਕਰਨੇ ਹਨ। ਇਹਨਾਂ ਕੰਮਾਂ ਵਾਸਤੇ ਸਾਨੂੰ ਇਨਸਾਨੀ ਚੋਲਾ ਮਿਲਿਆ। ਪੈਰਾਂ ਦੇ ਨਾਲ ਅਸੀਂ ਚੱਲ ਕੇ ਕਿਸੇ ਚੰਗੇ ਸਥਾਨ ਤੇ ਜਾਣਾ, ਤੇ ਹੱਥਾਂ ਦੇ ਨਾਲ ਪਰਿਵਾਰ ਦੀ, ਸਮਾਜ ਦੀ, ਗੁਰੂ ਘਰ ਦੀ ਸੇਵਾ ਕਰਨਾ। ਲੇਕਿਨ ਹੋਇਆ ਉਲਟੇ ਦੇ। ਇਹ ਪੈਰਾਂ ਨਾਲ ਚੱਲਿਆ ਤੇ ਬੁਰੀ ਜਗ੍ਹਾ ਤੇ, ਦੇਖਿਆ ਤੇ ਬੁਰਾ, ਸੁਣਿਆ ਤੇ ਨਿੰਦਾ ਕੀਤੀ ਤੇ ਚੁਗਲੀ। ਤੋ ਗੁਰੂ ਪਿਆਰੀ ਸਾਧ ਸੰਗਤ ਜੀਓ, ਬਸ ਉਹ ਸਾਈਂ ਬੁੱਲੇ शाह जी बड़े परेशान होए। एक दिन नैत शाह जी दे खूह ते चले गए। नैत शाह जी कहन लगे, बुल्ले शाह तू बड़ा परेशान जै बेटा, की गल है? कहन लगा, शाह जी मैं रब नू पाना चाहता हाँ। तो मुस्कराए ते बोले, बुल्लिया रब दा की पाना, इधरों पुटना ते उधर लाना। रब दा पाना कोई बड़ा मुश्किल नहीं है, इधरों पुटना ते उधर लाना। ये जेड़े साडी मन है, इनू ही बदलना है। ये कन जेड़े साडे बाहरी निंदिया चुगलियां सुन च मस्त है, अंदरों सबद दी तुनी नू सुनाना है। ये अखां जो बाहरी रंग तमाशे देखदियां, बुरा देखदियां, इन्हां नू सतगुरां दे चरनां दे दर्शन करवाने हन। ये जबान जिहड़ी निंदा ते चुगली करदी है, मालक दा जस गाना शुरू कर देना। बस इहदे नाल की होएगा? दो कम, एक ते तुहाडा जीवन सफल ते दूजा सतगुरु जी कहंदे जीवन दा आनंद। चंगा बोलोगे, मिठा बोलोगे, तुहानू भी आनंद ते अगले नू भी आनंद। चंगा सुनोगे, तुहाडा भी जीवन सफल, अगला दा भी जीवन सफल। अगर असी कौड़ा बोलांगे, आपे भी दुखी ते अगला भी दुखी। फिर असी पता नहीं क्यों कौड़ा बोलते हैं, क्यों माड़ा बोलते हैं। नहीं, कोशिश करो ना, अपने जीवन ਨੂੰ बदलिए। जो गुरु जी कह रहे हैं ना, उस तरह करिए। जो सतगुरां ने समझाया सानू कि ऐ चित सिमरन करो, चित दे विच होर सोचा ना सोचो। ਐਵੇਂ बुरी सोच सोची जानी, बिना वजह तो दुखी होई जाना। चित सिमरन करो। क्यों नहीं असी अपने चित्त दे विच ओदा चिंतन करते रहंदे? क्यों नहीं अखां दे नाल हमेशा उस मालिक दे रंगां नूं देखदे? जबान दे नाल मिठी बोली क्यों नहीं बोलदे? जीवन बदल जाएगा। तो गुरु प्यारी साध संगत जी,
सतगुर जी फिर इस मनुख नूं समझाउंदे होए अपनी बाणी च अगे फरमाउंदे हन। जब कछ पावे तब गर्भ करत है, माया गई तब रोवन लगत है। जब कछ पावे तब गर्भ करत है, माया गई तब रोवन लगत है। सतगुर जी अपनी बाणी दे विच साडी हालत नूं दस रहे हन। साडी हालत किस तरह दी है? ऐ नहीं असी सोचते कुछ मिलिया तो ओदी बख्शस होगी साडे ते, ओदी किरपा साडे ते, ओदियां मेहरां साडे ते। नहीं, गुरु जी कहंदे ने माया, ऐ ही माया है। केड़ी जो गुरु जी दस रहे ने, जब कुछ पावे तब गर्भ करत है, माया गई तब रोवन लगत है। कुछ भी ओदी किरपा हुई, मेहर हुई तो ओदा हंकार कर लिया। हम बड़ काबू कुलीन, हम पंडित, हम जोगी सन्यासी, ज्ञानी गुनी सूर हम दाता, ऐ बुध कबहे ना नासी। हम बड़ काबू, मैं बड़ा वड्डा कवि हाँ, मैं बहुत सुंदर हाँ, मैं बहुत विद्वान हाँ, पंडित दा भाव विद्वान हाँ। मैं बड़ा वड्डा जोगी हाँ, मैं बड़ा वड्डा सन्यासी हाँ, मैं बड़ा वड्डा गुणी ज्ञानी हाँ, मैं बड़ा वड्डा दाता हाँ, मैं बड़ा वड्डा महात्मा हाँ, मैं बहुत वड्डा गुरमुख हाँ, मैं बहुत सोना लिख सकदा हाँ, कह सकदा हाँ, बोल सकदा हाँ। ਇਹਦੇ ਚ ਇੱਕ बुद्धि आ गई, मैं आ गई ते मैंने सारे चंगे गुण खत्म कर दिते। ते जदों मैं आ जाती है उत्थे फिर मालिक दी किरपा नहीं जे रह जाती। गुरु जी ने बड़ा साफ कहता है, जब हम होते तब तू नाही, अब तू है मैं नाही। अनल अगम जैसे लहर में दद, जल केवल जल माही। जिथे मैं हुंदी है उथे ਉਹ नहीं हुंदा, ते जिथे ਉਹ आ जांदा है उथे मैं नहीं रहिंदी। प्रेम दी गली बहुत पीड़ी है, इहदे विच दो समा ही नहीं सकदे, चाहे मैं लैवो चाहे उसनूं लैवो। जिथे मैं होवेगी तो मैं तो बचना बड़ा मुश्किल है। असी जन्म लिया, थोड़े समय बाद ही साडे च मैं ने भी जन्म लै लिया। असी जवान हुंदे गए, मैं भी जवान हुंदी गई। आखिर इहदे साडे नाल मैं विआही गई, हुण पिछा ही नहीं छोड़दी। जदों मैं नवा नवा पठानकोट आया, साडे इलाके विच नहीं सी, पर इनसे इलाके च डोगरे इलाके, कुछ जम्मू का इलाका पै गया, कुछ पठानकोट का इलाका। बीमार हो जाना लोगों ने, ते भादरों महीने दे विच ਇਹ ਖੇਡਦੇ सन, घरां दे विच रस्सी बन के ना खेडना। अनपढ़ हुंदे सन लोग बेचारे। इनू किसी ने कुछ दे दिता होया, की दिता, जड़ियां दित्तियां हुईयां ने, पता नहीं की हुंदियां होणगियां, पर इस तरह दी वो कहानी बनाते सन। तो उसने रस्सा पकड़ के खेडना, ओ उधरों पड़ास जी चढ़ी होनी, उधरों खेडना, काफ़ी पसीना आना, तो कईयां दे जिहड़े शरीर है ना खुल जाते सन, वो दर्दां घट जानियां।
ਉਹਨਾਂ ਨੇ ਕਹਿਣਾ ਇਹ ਠੀਕ ਹੋ ਗਿਆ, ਇਹਦਾ ਭੂਤ ਨਿਕਲ ਗਿਆ ਇਹਦੇ ਚੋਂ। ਕੁਝ ਬਿਮਾਰੀਆਂ ਭਿਆਨਕ ਹੁੰਦੀਆਂ ਤੋਂ ਨਹੀਂ ਠੀਕ ਹੁੰਦੀਆਂ, ਉਹਨਾਂ ਨੇ ਕਹਿਣਾ ਇਹ ਠੀਕ ਕਿਉਂ ਨਹੀਂ ਹੋਇਆ, ਤੇ ਉਹਨਾਂ ਨੇ ਕਹਿਣਾ ਇਹਦੇ ਨਾਲ ਮਸਾਨ ਵਿਆਹਿਆ ਗਿਆ, ਉਹ ਇਹਦਾ ਹੀ ਪਿੱਛਾ ਨਹੀਂ ਛੱਡੇਗਾ। ਮਸਾਨ ਜਿਹੜਾ ਵੀ ਭੂਤ ਇਹਨੂੰ ਖਵਾਲਿਆ ਦਾ ਉਹ ਇਹਦਾ ਪਿੱਛਾ ਨਹੀਂ ਛੱਡੇਗਾ, ਕਿਉਂਕਿ ਇਹਦੇ ਨਾਲ ਵਿਆਹਿਆ ਗਿਆ। ਇਸੇ ਤਰ੍ਹਾਂ ਮੈਂ ਸਾਡੇ ਨਾਲ ਵਿਆਹੀ ਗਈ, ਸਾਡੀ ਮੈਂ ਪਿੱਛਾ ਹੀ ਨਹੀਂ ਛੱਡਦੀ। ਹਾਲਾਂਕਿ ਸਾਨੂੰ ਪਤਾ ਹੈ ਅਸੀਂ ਕੁਝ ਨਹੀਂ ਹਾਂ, ਜੋ ਕੁਛ ਹੈ ਮਾਲਕ ਦਾ, ਪਰ ਫਿਰ ਸਾਡੇ 'ਚ ਮੈਂ ਆ ਹੀ ਜਾਂਦੀ ਹੈ, ਬਦੋ ਬਦੀ ਆ ਜਾਂਦੀ। ਸਤਿਗੁਰ ਜੀ ਕਹਿੰਦੇ ਨੇ ਮੈਨੇ ਦੋਨਾਂ ਪਾਸੇ ਹੀ ਸਾਨੂੰ ਮਾਰ ਪਾਈ। ਕੁਝ ਮਿਲਿਆ ਤਾਂ ਅਹਿਮ ਆ ਗਿਆ, ਹੰਕਾਰ ਆ ਗਿਆ ਇਹਦੇ 'ਚ, ਤੇ ਜਦੋਂ ਚਲਾ ਗਿਆ ਤੇ ਇਹ ਵਿਚਾਰਾ ਦੁਖੀ ਹੋ ਗਿਆ। ਮੈਂ ਮਾਰਿਆ ਗਿਆ, ਮੈਂ ਲੁੱਟਿਆ ਗਿਆ, ਉਹ ਮੇਰਾ ਕੁਝ ਨਹੀਂ ਜੇ ਬਚਿਆ। ਪਰ ਜਿਹੜਾ ਗੁਰਮੁਖ ਹੈ ਉਹ ਇਸ ਮੈਂ ਤੋਂ ਬਚਿਆ ਰਹਿੰਦਾ ਹੈ। ਜੇਕਰ ਮਿਲੇ ਕੁਝ ਤੇ ਉਹਦਾ ਸ਼ੁਕਰਾਨਾ ਕਰਦਾ ਹੈ ਕਿ ਤੂੰ ਮੈਨੂੰ ਦਿੱਤਾ, ਤੇਰਾ ਸ਼ੁਕਰੀਆ। ਅਗਰ ਕੁਝ ਚਲਾ ਜਾਏ ਤੇ ਉਹਦਾ ਪਾਣਾ ਮੰਨ ਕੇ, ਮੀਠਾ ਮੰਨ ਕੇ ਉਸ ਨੂੰ ਸਵੀਕਾਰ ਕਰਦਾ, ਫਿਰ ਵੀ ਉਹ ਘਬਰਾਉਂਦਾ ਨਹੀਂ ਹੈ, ਉਹਦਾ ਪਾਣਾ ਮਿੱਠਾ ਕਰਕੇ ਮੰਨ ਲੈਂਦਾ। ਇਹ ਗੁਰਮੁਖ ਚ ਗੁਣ ਹੁੰਦਾ, ਆਮ ਬੰਦੇ ਚ ਨਹੀਂ। ਤੇ ਜਿਹਦੇ ਚ ਇਹ ਗੁਣ ਆ ਗਿਆ, ਜਿਹੜੇ ਮੈਂ ਤੋਂ ਬਚ ਗਏ, ਨਾ ਤੇ ਉਹਨਾਂ 'ਚ ਹੰਕਾਰ ਆਉਂਦਾ ਤੇ ਨਾ ਹੀ ਕੋਈ ਚੀਜ਼ ਚੱਲ ਜਾਏ ਤੇ ਦੁਖੀ ਹੁੰਦੇ ਨੇ। ਤੋ ਅਸੀਂ ਐਸਾ ਗੁਣ ਆਪਣੇ 'ਚ ਲਿਆਣਾ, ਕਿਉਂਕਿ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਅਸੀਂ ਸੇਵਾਦਾਰ ਹਾਂ। ਉਹਨਾਂ ਨੇ ਸਾਨੂੰ ਜੋ ਸਮਝਾਇਆ ਉਸ ਤਰ੍ਹਾਂ ਅਸੀਂ ਕਰਨਾ, ਆਪਣੇ ਜੀਵਨ ਨੂੰ ਉਸ ਤਰ੍ਹਾਂ ਬਣਾਣਾ। ਫਿਰ ਗੁਰੂ ਜੀ ਆਪਣੀ ਬਾਣੀ ਦੇ ਵਿੱਚ ਅੱਗੇ ਫਰਮਾਉਂਦੇ ਹਨ, ਮਨ ਬਚ ਕਰਮ ਰਸ ਕਸੇ ਲਬਾਨਾ, ਬਿਨਸ ਗਿਆ ਜੈ ਕਹਉ ਸਮਾਨਾ। ਮਨ ਬਚ ਕਰਮ ਰਸ ਕਸੇ ਲਬਾਨਾ, ਬਿਨਸ ਗਿਆ ਜੈ ਕਹਉ ਸਮਾਨਾ। ਇਹ ਜਿਹੜਾ ਜੀਵ ਹੈ, ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ, ਦੁਨੀਆ ਦੇ ਰਸਾਂ ਕਸਾਂ ਕਰਕੇ, ਦੁਨੀਆ ਦੇ ਬੰਧਨਾਂ 'ਚ ਬੱਝਾ ਪਿਆ। ਤੋ ਬਿਨਸ ਗਿਆ ਕਾਹੂ ਸਮਾਨਾ। ਐ ਜੀਵ ਇਹ ਚੋਲਾ ਤਿਆਗਣ ਤੋਂ ਬਾਅਦ ਤੂੰ ਕਿੱਥੇ ਜਾ ਕੇ ਸਮਾਵੇਂਗਾ, ਕਿਉਂਕਿ ਦੁਨੀਆ ਦੇ ਜਿਤਨੇ ਸਮਾਣਿਆ ਇਹ ਤੇਰਾ ਕਿਸੇ ਨੇ ਸਾਥ ਨਹੀਂ ਦੇਣਾ। ਖਿੰਮੇ ਕੌੜੇ ਹੋਏਗੇ ਜਿਤੜੀ ਮਾਇਆ ਭੋਗ। ਗੁਰੂ ਜੀ ਕਹਿੰਦੇ ਨੇ ਤੂੰ ਮਰਨ ਤੋਂ ਬਾਅਦ ਕਿੱਥੇ ਜਾਵੇਂਗਾ। ਤੋ ਗੁਰੂ ਪਿਆਰੀ ਸਤ ਸੰਗਤ ਜੀਓ, ਇਹ ਮਰਨ ਤੋਂ ਬਾਅਦ ਕਿੱਥੇ ਜਾਵੇਗਾ ਇਹਦਾ ਇਹਨੂੰ ਆਪੇ ਕੋਈ ਪਤਾ ਨਹੀਂ ਹੈ। ਪਰ ਸਤਿਗੁਰਾਂ ਨੇ ਬੜੀਆਂ ਬਖਸ਼ਾਂ ਕੀਤੀਆਂ, ਜਿੱਥੇ ਸਵਾਲ ਕੀਤਾ ਨਾਲ ਹੀ ਜਵਾਬ ਦਿੱਤਾ। ਜੀ ਜੰਤ ਜਹਾਂ ਜਹਾਂ ਲਗ ਕਰਮ ਕੇ ਬਸ ਜਾਏ। ਕਿ ਜੀਵ ਜਿਹੋ ਜਿਹੋ ਜੇ ਕਰਮ ਕਰੇਗਾ ਉਹ ਜਿਹਾ ਇਹਨੂੰ ਫਲ ਮਿਲੇਗਾ। ਜਿਹੋ ਜੀ ਸੋਚ ਹੋਏਗੀ ਉੱਥੇ ਇਹਨੂੰ ਵਾਸ ਮਿਲ ਜਾਏਗਾ। ਜਹਾਂ ਆਸਾ ਤਹਾਂ ਵਾਸਾ। ਜਿੱਥੋਂ ਦੀ ਆਸ ਹੋਏਗੀ ਉੱਥੇ ਇਹਦਾ ਵਾਸ ਹੋ ਜਾਏਗਾ। ਬੰਦੇ ਦੀ ਸੋਚ ਤੇ ਹਰ ਗੱਲ ਨਿਰਭਰ ਹੈ, ਸਾਡੀ ਸੋਚ ਤੇ ਉੱਪਰ ਹੈ। ਜਿਹੜਾ ਇਨਸਾਨ ਇਹ ਸੋਚ ਲਵੇ ਮੈਂ ਠੀਕ ਹੋਣਾ ਹੀ ਨਹੀਂ, ਉਹ ਕਦੇ ਠੀਕ ਨਹੀਂ ਹੋ ਸਕਦਾ। ਜਿਹੜਾ ਕਵੇਗਾ ਕਿ ਨਹੀਂ ਮੈਂ ਠੀਕ ਆ, ਉਹ ਤੋਂ ਠੀਕ ਹੀ ਰਹੇਗਾ। ਸੋਚ ਬਣਾ ਲੈਣੀ ਹੈ। ਜਿਸ ਤਰ੍ਹਾਂ ਅਸੀਂ ਧਿਆਨ ਸਾਧਨਾ ਕਰਦੇ ਹਾਂ
ਤੇ ਉੱਥੇ ਵੀ ਜੇ ਸੋਚ ਹੀ ਨਾ ਬਣੇਗੀ ਤਾਂ ਅਸੀਂ ਉਸ ਮੰਜ਼ਲ ਨੂੰ ਨਹੀਂ ਪਾ ਸਕਾਂਗੇ। ਤੇ ਉਦੋਂ ਵੀ ਸਾਨੂੰ ਇਹ ਸੋਚ ਬਣਾਉਣੀ ਪਏਗੀ ਕਿ ਮੈਂ ਰੱਬ ਨਾਲ ਮਿਲਣ ਵਾਸਤੇ ਜਾ ਰਹਾ। ਕਦੇ ਵੀ ਨੈਗੇਟਿਵ ਸੋਚ ਨਹੀਂ ਬਣਾਉਣੀ, ਹਮੇਸ਼ਾ ਪੋਜ਼ਿਟਿਵ ਸੋਚ ਬਣਾਓ, ਪੋਜ਼ਿਟਿਵ ਰਹੋਗੇ। ਨੈਗੇਟਿਵ ਸੋਚੋਗੇ ਨੈਗੇਟਿਵ ਹੋ ਜਾਵਾਂਗੇ। ਇਹ ਸੋਚ ਬਣਾ ਲੈਣੀ ਹੈ ਕਿ ਮੈਂ ਵਧੀਆ ਕਰਨਾ ਤਾਂ ਵਧੀਆ ਹੋਏਗਾ। ਕਿਸੇ ਲਈ ਵੀ ਮਾੜਾ ਕਦੇ ਨਹੀਂ ਸੋਚਣਾ ਕਿ ਉਹ ਮਾੜਾ ਹੈ, ਕਹਿਣਾ ਚੰਗਾ ਹੈ, ਉਹ ਚੰਗਾ ਹੋ ਹੀ ਜਾਏਗਾ। ਤੋ ਸਾਡੀ ਸੋਚ ਤੇ ਹੁੰਦਾ, ਜਿਸ ਤਰ੍ਹਾਂ ਦੀ ਸਾਡੀ ਸੋਚ ਹੋਏਗੀ ਮਾਲਕ ਉਹੋ ਜਿਹਾ ਹੀ ਸਾਨੂੰ ਵਾਸ ਦੇਵੇਗਾ। ਕਹਾਂ जाके निवासा हो जाएगा तेरा, कहते जिथे तेरी सोच हो जाएगी। और ये गुरुआं ने साफ साफ कहता है, गुरबाणी दे विच बकायदा लिख दिता है साडे महापुरुषां ने, अनत काल जो लसमी सिमरे ऐसी चिंता में जो मरै, सर्प जोन वल वल उतरे। अनत काल जो पातशाह जी कहते ने, अंत काल जो लक्ष्मी सिमरे, जेड़े अंत काल विच पैसे दा सिमरन करते ने, बड़ा पैसा इकट्ठा किया, लोकां नूं विआजू देता, कुछ बच्चियां नूं दसता, कुछ बच्चियां तो भी पढ़दा रखिया। आखिरी टाइम आया, जम्मा ने आउंदिया जबान पकड़ी, कुछ बोलिया नहीं जा रहा। इशारे नाल दसदा मैं उहदे कोलों 10,000 लैना, उहदे कोलों 15,000 लैना। उन्नू 5% दे हिसाब नाल दिता, उन्नू 10% दे हिसाब दे नाल दिता पैसा। बच्चे कहंदे पिता जी सानू कुछ नहीं पता लग रहा की कह रहे हो। तो ਉਹਦੇ मन ਦੇ ਵਿੱਚ ਆਉਂਦਾ ਉਹ ਮਨਾ ਉਹ ਪੈਸਾ ਮੇਰੇ ਬੱਚਿਆਂ ਨੂੰ ਨਹੀਂ ਮਿਲੇਗਾ, ਉਹਦੇ ਕੋਲ ਰਹਿ ਜਾਏਗਾ। ਪਦੀ ਜੂਣ ਦੇ ਦਿੱਤੀ, ਜਿੱਥੇ ਪੈਸਾ ਹੋਏ ਉੱਥੇ ਸੱਪ ਆ ਕੇ ਬਹਿ ਜਾਂਦਾ। ਅੱਜ ਕੱਲ੍ਹ ਤੇ ਵੈਸੇ ਬੈਂਕਾਂ ਨੇ ਕਈ ਫਿਲਮਾਂ 'ਚ ਇਸ ਤਰ੍ਹਾਂ ਦਾ ਵੇਖਿਆ ਗਿਆ, ਉਹ ਪੈਸਾ ਦਬ ਦਿੰਦੇ ਤੇ ਉੱਥੇ ਕਹਿੰਦੇ ਸੱਪ ਆ ਕੇ ਬਹਿ ਜਾਂਦਾ। अरे भाई गोबिंद नाम मत बिसरे, अनत काल जो मंदिर सिमरे, ऐसी चिंता में जो मरै, परेत जोन वल वल औतरै। बड़े सोहने मकान बनाए, मंदिर दा भावकार बहुत सुंदर बनाया, बड़ी मेहनत नाल बनाया। उधरों आखिरी टाइम आ गया तो कहंदा प्रभु 4 साल इन्हां च वेख बस के तां देख लैन दिंदा, ऐ नहीं सोचदा कि चल मैं जिन्ना चिर वस लिया ठीक है, हुण मेरे बच्चे वधिया वसन रसन इहदे च। कहंदा नहीं मैनू वस के देख लैन दिंदा। तो प्रभु ने की कीता, उसनूं परेत दी जून दे दित्ती। फिर परेत जिहड़े ने, भूत जिहड़े ने, वो पुराने खंडरां च रहिंदे ने, थियां च रहिंदे ने। अनत काल जो लड़कै सिमरे, ऐसी चिंता में जो मरै, सोकर जून वल वल उतरै। 4-5 बच्चे सन, आखिरी पास कोल कोई नहीं है। जा वैसे ही औलाद नहीं हुई तो मन चाहुंदा ओ मना ओ मैं इसे तरह दुनिया तो जा रहा हाँ, बेनाम जा रहा हाँ। इनू ये नहीं पता कि नाम कोई बच्चियां नाल हुंदा, नाम तो हुंदा तिन्नों जग रहिंदे ने, दाता जा भगत सूरमा। भगती वाले दा, चाहे किसी सेवादार दा, चाहे सूरमे दा ना रहिंदा। तो बच्चियां दी जांच मौत हो गई। प्रभु ने कहता सूर दा जामा देता, जिन्ने मर्जी नाल बच्चे लैके तुरिया रहा। तुसीं वेख्या होएगा सूर दे नाल काफ़ी बच्चे रहिंदे ने। अनत काल जो इस्तरी सिमरे, ऐसी चिंता में जो मरै,
ਵੇਸਵਾ ਜੋਨ ਵਲ ਵਲ ਉਤਰੈ, ਅਨਿਤ ਕਾਲ ਨਰੈਣ ਸਿਮਰੇ, ਐਸੀ ਚਿੰਤਾ ਮੇਹ ਜੋ ਮਰੈ, ਬਦਲ ਤਰਲੋਚਨ ਤੇ ਨਰ ਮੁਗਤਾ, ਪੀਤੰਬਰ ਵਾਂ ਘੇਰੇ ਦੇ ਵਸੇ, ਅੰਤ ਕਾਲ ਆਖਰ ਦੇ ਟਾਈਮ। ਕਾਸ਼ ਕਿਤੇ ਮਾਲਕ ਦੀ ਯਾਦ ਆ ਜਾਵੇ, ਇਹ ਵੀ ਨਰ ਤੋਂ ਬਦਲ ਕੇ ਨਰੈਣ ਬਣ ਜਾਏਗਾ। ਪਰ ਆਖਰ ਤੇ ਟਾਈਮ ਮਾਲਕ ਤਾਂ ਹੀ ਯਾਦ ਆਏਗਾ ਜੇ ਪਹਿਲਾਂ ਵੀ ਉਹਨੂੰ ਯਾਦ ਕਰਦਾ ਹੋਗਾ। ਆਖਰੀ ਟਾਈਮ ਆ ਗਿਆ। ਹਿੰਦੂ ਹੈ, ਗੀਤਾ ਸੁਣਾਓ ਇਸ ਨੂੰ। ਸਿੱਖ ਹੈ, ਸੁਖਮਨੀ ਸਾਹਿਬ ਜੀ ਦਾ ਪਾਠ ਸੁਣਾ ਦੇਵੋ। ਗੁਰਮੁਖ ਹੈ, ਇਹਨੂੰ ਸਤਸੰਗ ਸੁਣਾ ਦੇਵੋ। ਜੇ ਪਹਿਲਾਂ ਉਹਨੇ ਸੁਖਮਨੀ ਸਾਹਿਬ ਜੀ ਦਾ ਪਾਠ ਕਦੇ ਯਾਦ ਨਹੀਂ ਕੀਤਾ, ਤੂੰ ਮਰਨ ਲੱਗਿਆ ਜਿਤਨਾ ਮਰਜੀ ਸੁਣਾਉਂਦੇ ਰਹੋ, ਉਹਦੇ ਤੇ ਅਸਰ ਹੋਣ ਵਾਲਾ ਨਹੀਂ ਹੈ। ਸਾਰੀ ਉਮਰ ਕਦੀ ਗੀਤਾ ਪੜ੍ਹੀ ਨਹੀਂ, ਆਖਰ ਦੇ ਟਾਈਮ ਗੀਤਾ ਦਾ ਜਿੰਨਾ ਮਰਜੀ ਗਿਆਨ ਦਿੰਦੇ ਰਹੋਗੇ, ਉਹਨੂੰ ਕੋਈ ਫਾਇਦਾ ਹੋਣ ਵਾਲਾ ਨਹੀਂ। ਇਹ ਤਾਂ ਉਹਨਾਂ ਲਈ ਹੈ ਜਿਹੜੇ ਪਹਿਲਾਂ ਯਾਦ ਕਰਦੇ ਸਨ, ਕਿਤੇ ਭੁੱਲ ਨਾ ਹੋ ਗਿਆ ਹੋਵੇ ਤੇ ਉਹਨੂੰ ਯਾਦ ਕਰਾ ਦੇ। ਛੋਟੇ ਹੁੰਦਿਆਂ ਭਜਨ ਦੀ ਪੇਵਾਦੀ ਮਰਦੇ ਤਾਕ ਜੀ ਠੀਕ, ਅਭਿਆਸ ਰਹਿੰਦਾ ਏ। ਹੁਣ ਤੋਂ ਹੀ ਆਦਤ ਬਣੇਗੀ ਤੇ ਗੱਲ ਬਣਨੀ ਹੈ। ਇਸ ਕਰਕੇ ਹੁਣ ਤੋਂ ਹੀ ਉਸ ਮਾਲਕ ਨੂੰ ਥੋੜਾ ਯਾਦ ਕਰ ਲਿਆ ਕਰੋ। ਹੋ ਸਕਦਾ ਹੈ ਆਖਰ ਦੇ ਟਾਈਮ ਵੀ ਸਾਨੂੰ ਯਾਦ ਆ ਜਾਵੇ ਉਹਦੀ, ਤੇ ਫਿਰ ਅਸੀਂ ਵੀ ਨਰ ਤੋਂ ਨਰੈਣ ਬਣ ਜਾਈਏ। ਇਹੀ ਗੁਰੂ ਜੀ ਨੇ ਨਰ ਤੋਂ ਨਰੈਣ ਬਣਨ ਦਾ ਇੱਕ ਤਰੀਕਾ ਦੱਸਿਆ। ਗੁਰੂ ਜੀ ਸ਼ਬਦ ਦੀਆਂ ਆਖਰਲੀਆਂ ਪੰਕਤੀਆਂ 'ਚ ਫਰਮਾਉਂਦੇ ਹਨ। ਕਹਿ ਰਵਿਦਾਸ ਬਾਜੀ ਜਗ ਪਾਈ, ਬਾਜੀਗਰ ਸੋ ਮੁਹੇ ਪ੍ਰੀਤ ਬਨਿਆ। ਕਹਿ ਰਵਿਦਾਸ ਬਾਜੀ ਜਗ ਭਾਈ, ਬਾਜੀਗਰ ਸੋ ਮੁਹੇ ਪ੍ਰੀਤ ਬਨਿਆਈ। ਸਾਰਾ ਸ਼ਬਦ ਕਹਿਣ ਤੋਂ ਬਾਅਦ ਸਤਿਗੁਰ ਰਵਿਦਾਸ ਜੀ ਕਹਿ ਰਹੇ ਨੇ, ਕਹੇ ਰਵਿਦਾਸ ਬਾਜੀ ਜਗ ਪਾਈ। ਇਹ ਦੁਨੀਆ ਦੇ ਲੋਕਾਂ ਨੇ ਬਾਜ਼ੀਆਂ ਨਾਲ ਪਿਆਰ ਪਾ ਲਿਆ, ਪਰ ਮੈਂ ਬਾਜੀਗਰ ਨਾਲ ਪਿਆਰ ਪਾਇਆ। ਦੁਨੀਆ ਨੇ ਬਾਜ਼ੀਆਂ ਨਾਲ, ਕਹਿਣ ਦਾ ਭਾਵ ਦੁਨਿਆਵੀ ਪਦਾਰਥਾਂ ਦੇ ਨਾਲ ਪਿਆਰ ਪਾਇਆ, ਮੈਂ ਪਦਾਰਥਾਂ ਦੇ ਦੇਣ ਵਾਲੇ ਨਾਲ ਪਿਆਰ ਪਾਇਆ। ਸਤਿਗੁਰੂ ਜੀ ਦਾ ਕਹਿਣ ਦਾ ਭਾਵ ਹੈ ਕਿ ਜਦੋਂ ਤੁਹਾਡਾ ਬਾਜੀਗਰ ਨਾਲ ਪਿਆਰ ਹੋ ਜਾਏਗਾ ਨਾ, ਦੁਨੀਆ ਦੀਆਂ ਬਾਜ਼ੀਆਂ ਆਪੇ ਮਿਲਦੀਆਂ ਜਾਣਗੀਆਂ। ਤੇ ਜੇ ਬਾਜ਼ੀਆਂ ਨਾਲ ਪਿਆਰ ਪਾ ਲਿਆ ਪਰ ਬਾਜੀਗਰ ਨੂੰ ਯਾਦ ਨਾ ਕੀਤਾ, ਤਾਂ ਜੀਵਨ ਦਾ ਸੱਚਾ ਆਨੰਦ ਨਹੀਂ ਮਿਲਣ ਵਾਲਾ। ਜਿਹੜੇ ਕੇਵਲ ਬਾਜ਼ੀਆਂ ਨਾਲ ਪਿਆਰ ਪਾਉਂਦੇ ਨੇ, ਬਾਜੀਗਰ ਨਾਲ ਪਿਆਰ ਨਹੀਂ ਕਰਦੇ, ਬਾਜੀਗਰ ਨੂੰ ਯਾਦ ਨਹੀਂ ਕਰਦੇ, ਗੁਰੂ ਜੀ ਨੇ ਉਹਨਾਂ ਦੀ ਹਾਲਤ ਨੂੰ ਦੱਸਿਆ। ਉਹਨਾਂ ਦੀ ਹਾਲਤ ਕਿਸ ਤਰ੍ਹਾਂ ਦੀ ਹੁੰਦੀ? ਉਹਨਾਂ ਦੀ ਹਾਲਤ ਉਹ ਹੀ ਹੈ, ਕਹਿੰਦੇ ਨੇ ਇੱਕ ਪਿਤਾ ਮੇਲੇ 'ਚ ਚੱਲਿਆ ਕਿਤੇ, ਤੇ ਆਪਣੇ ਬੱਚੇ ਨੂੰ ਕਹਿਣ ਲੱਗਾ, ਚੱਲ ਬੇਟਾ ਤੈਨੂੰ ਵੀ ਮੈਂ ਮੇਲੇ 'ਚ ਲੈ ਚੱਲਦਾ। ਜਦੋਂ ਮੇਲੇ 'ਚ ਪਹੁੰਚੇ ਤਾਂ ਮੇਲੇ 'ਚ ਬਹੁਤ ਰੌਣਕ ਸੀ। ਬੱਚੇ ਨੇ ਕਦੀ ਮੇਲਾ ਨਹੀਂ ਸੀ ਵੇਖਿਆ। ਪਿਤਾ ਇੱਥੇ ਤੇ ਬਹੁਤ ਰੌਣਕ ਹੈ, ਬੜੀ ਭੀੜ ਹੈ, ਤਰ੍ਹਾਂ ਤਰ੍ਹਾਂ ਦੇ ਬਾਜ਼ਾਰ ਸੱਜੇ ਹੋਏ ਨੇ ਪਿਤਾ ਮੇਰੇ। ਹਾਂ ਬੇਟਾ ਭੀੜ ਬਹੁਤ ਹੈ, ਮੇਰੀ ਉਂਗਲ ਨਾ ਛੱਡਣਾ ਕਿਤੇ। ਨਹੀਂ ਪਿਤਾ ਮੈਂ ਉਂਗਲ ਨਹੀਂ ਛੱਡਾਂਗਾ। ਅੱਗੇ ਚਲੇ ਜਾਂਦੇ ਨੇ, ਵੇਖਦੇ ਨੇ ਝੂਲੇ ਲੱਗੇ ਹੋਏ ਨੇ, ਲੋਕ ਝੂਟ ਰਹੇ ਨੇ। ਪਿਤਾ ਜੀ ਮੈਂ ਵੀ ਝੂਲੇ ਤੇ ਬੈਠਣਾ, ਮੈਂ ਵੀ ਝੂਲਾ ਝੂਟ ਲੈਣਾ। ਪੁੱਤਰ ਪਾਉਂ ਚੜ ਜਾਣਗੇ, ਝੂਲਾ ਨਹੀਂ ਝੂਲਣਾ।
अच्छा पिता, वैसे मन च आंदा लोकी भी तो झूल रहे ने झूले। अगे चले गए। अगे खडौणियां दी दुकान आ गई, अपनी मठियाई दी दुकान आ गई। ताजियां ताजियां जलेबियां निकल रही, देसी घ्यो च लोग खा रहे ने। ओ मेरे पिता, मैं भी वो जलेबियां खानियां। पुत्र वेख धूड़ उड उड के पै रही है, अगे चल मैं तेन चंगी जी दुकान तो लै देवांगा। अगे खडौणियां दी दुकान आ गई। खडौणे वेख के उहदे कोलों रिहा नहीं गया। पिता दी उंगल छड्ड के कहन लगा, पापा मैनू भी एक खडौणे लै दवो। पुत्र ये बड़े हल्के जे ने, चंगी दुकान तो लै दांगा। पर बच्चा खडौणियां च मस्त हो गया। थोड़ी देर वास्ते खडौणे वेखदा रहा। बाद च वेख्या बैक साइड मेरा पिता है नहीं, तो उसने रोना शुरू कर दिता। थोड़ी देर तक तो उन्होंने खडौणे चंगे लगे, पर थोड़ी देर तो बाद जदों पिता नहीं मिलिया, खडौणे उन्होंने चंगे नहीं लगे। पिता नूं लभना शुरू कर दिता। पिता लभदा नहीं है, वो रोई जा रहा है। क्यासवान लोग इकट्ठे हो गए, उन्होंने उन्होंने चुप कराना शुरू किया। किसी ने उन्होंने खडौणे लियाते, किसी ने मठियाई लियाती, पुत्र खा लै। पर वो रोई जांदा है। वो मठियाई जिहड़ी मंगदा सी पिता कोलों, खडौणे जिन्हां करके पिता दी उंगल सड़ दित्ती सी, अज उन्हां खडौणियां नूं पा के भी वो खुश नहीं है। इतनी देर नूं उहदा प्यो लभदा लभदा उधर नूं आ गया। जां उसने अपने प्यो नूं देखिया, दौड़ के प्यो दे गल जा लगा। ओ पापा तू कित्थे चला गया सी? कहंदे मैं बेटा किते नहीं सी गया, तू ही मेरी उंगल छड्ड के खडौणियां दी दुकान च खेडण लग पिया। ओ पिता, ये मेले च खुशियां ते तेरे नाल है पिता, जे तू नाल नहीं ते पिता मेले च कोई भी खुशी नहीं है। तो गुरु प्यारी सत संगत जीओ, ये दुनिया दे मेले दे विच ਉਹੀ ਅਸੀਂ खुशियां पाउंदे ने जिन्हां ने अपने पिता दी उंगल नूं पकड़ रखिया होए। जिन्हां ने अपने पिता दी उंगल छड्ड दित्ती, विकारां च पै गए, वो मेले दी असली खुशी नहीं मानदे। ना तां मेले दीयां खुशियां लैंदे ने ते ना ही अपने घर पहुंचदे ने। पर जिन्हां ने अपने पिता दी उंगल पकड़ रखी, वो मेले च भी खुशियां माणदे ने ते अपने घर भी पहुंच जांदे ने। गुरु प्यारी सत संगत जी, कल दी ही गल, पठानकोट दे सेवादार ने गोपाल जी, उन्होंने नवां घर बनाया, कल सत्संग रखवाया होया सी। मैं वैसे ही उन्होंने कई बारी कहना, एक दिन वर्खा हो रही, उस महल्ले गए, मैं क्या तो निक्की जी गली, पानी गली चों गोडे गोडे चल रहा, घर पहुंचना मुश्किल। कोई काम सी, पता नहीं प्रभात फेरी जां विआह सी, कुछ सी उत्थे। मैं क्या तुसी इत्थे किस तरह रहिंदे? कहंदे की करना, रहना पवेगा, कित्थे जाइए। तो रघुनाथ कलोनी च उन्होंने कोठी पाई होण ते कल ही उहदा उद्घाटन सी। उन्हां विचारियां बैंड बूंड लिआंदा, बड़ी खुशी कीती। कहन लगे कि देखो जी, साडे कोल साइकिल नहीं सी हुंदी ते कदी सोचदा सी मैं कि परमात्मा किते साइकिल दे दे ते गल बन जाए। कहंदा अज बख्शस है, किरपा है, साइकिल छड्ड के मोटरसाइकिल है, कार भी खरीद सकना, कोठी वधिया बन गई। कहंदा वाकया जदों दा सतगुरु जी रविदास पिता दी उंगल पकड़ी है ना, उन कोई कसर नहीं छड्डी साडे च।
तो गुरु प्यारी साध संगत जीओ, वाਕਿਆ बहुत सारे जीव मैं वेखे, बहुत सारे सरदालू देखे सतगुरां दे, जिन्हां ने ये गल कही है कि जदों तो सतगुरां दी उंगल पकड़ी हुई है, जीवन दा आनंद आ गया, लहरां बहरां हो गईयां, कोई कमी नहीं रह गई। क्यों कमी नहीं रह गई? असी पिता दी उंगल पकड़ के विकारां तो बचे रे, अवगुणा तो बचे रे, अवगुणा तो बचे रे। तो पिता ने साडे ते मेरा करतियां, बख्शिशां करतियां। तो सतगुरु रविदास जी ये नहीं है कि एक किसी खास बरादरी दे पिता ने, साडे सब दे पिता ने, सब दे ओ मालिक ने, सबना ने उन्नू मन्निया। तो असी अपने पिता दी उंगल नू पकड़ रखना है। उंगल दा पकड़न दा भाव उन्हां दी उपदेशां नू पकड़ रखना है। जेकर उन्हां दे उपदेशां नू पकड़ रखांगे ना, असी कदे भी अवगुणा च नहीं जावांगे। जदों असी अवगुणा च नहीं जावांगे, साडा जीवन स्वर्ग बनिया रहेगा। पर जिन्हां ने अपने पिता दी उंगल नू छड्ड दिता, उन्हां दी फिर ओही गल बन जांदी है। जिस तरह गुरबानी च आया, सतगुरां ने कहा, हर सो हीरा छड्ड के करे आन की आस, ते नर दोजक जाएंगे सत भाखे रविदास। जिन्हां ने अपने पिता दी उंगल छड्ड दित्ती, विकारां दे विच पै गया, हर सो हीरा छड्ड के, पिता दी उंगल नू छड्ड के करे आन की आस। आन कौन ने? विकार, जेड़े विकारां च पै गए, ते नर दोजक जाएंगे, उन्हां दा जीवन नरक बन गया। गुरु प्यारी साध संगत जीओ, असी अपने जीवन नू नरक नहीं बनाना, असी उन्हां दी उंगल कदे भी नहीं छड्डनी। बस उन्हां दे चरनां च ये बेनती करदे रहना कि ऐ मालका, अपने चरनां नाल सानू हमेशा जोड़ के रखी, ताकि असी हमेशा हमेशा तेरे बच्चे बने रहिए। यही प्रार्थना करते रहना। गुरु प्यारी साध संगत जी, आखिर दे विच एक बेनती है कि बहुत सारी संगत ने, सरदालुआं ने जगतगिरी टीवी नू, जो यूट्यूब चैनल है, उसनू सबसक्राइब किया होया। मेरी बेनती रहेगी, जिस तरह हुण यूट्यूब च, फेसबुक च कितने सैकड़े ही लोग सुन रहे ने, ते एक बहुत वड्डा तुहाडा पुण्य है। हर का नाम ते आए सुन ते सबना नू कर दान। बाकी संगत नू भी ये सबसक्राइब करा देना, ताकि जिस तरह फिर हैल्थ दियाँ आ रही हैं कि घट तो घट इकट्ठे होना, इस करके लोग अपने घरां च बैठ करके सतगुरु रविदास महाराज जी की पवित्र बाणी नू सुन सकन। ये तुसी अपने साथियां नू, अपने गुर भाइयां दे, चाहे रिश्तेदारां दे टैलीफोनां ते सबसक्राइब चैनल नू जरूर कर देना। सारियां ही संगतां नू दस वल्लों जय गुरुदेव, जय गुरु रविदास। आओ हुण आरती नाल जुड़ीए। नाम तेरो आरती भजन मुरारे, हर के नाम बिन झूठे सगल पसारे। नाम तेरो आरती भजन मुरारे, हर के नाम बिन झूठे सगल पसारे। नाम तेरो
10 अठा 68 चारे खानी, यह बर्तन है सगल संसारे, हर के नाम बिन झूठे सगल पसारे। कह रविदास नाम तेरो आरती, कह रविदास नाम तेरो आरती। सत्य नाम है हर भोग तुहारे, हर के नाम बिन झूठे सगल नाम तेरो आरती भजन मुरारे, हर के नाम बिन झूठे सगल पसारे, हर के नाम बिन झूठे सगल पसारे, हर के नाम बिन झूठे सगल पसारे। हरिदास रविदास नाम का जगत में झंडा गड़ा पार, पाप पुरुष सब थक गए जिसने परया पार। रविदास नाम का जगत में सूरज चमक रहा, उपदेश लिया जिस गुरु से हृदय दमक रहा। रविदास नाम इस जगत में है लालन के लाल, प्राप्त उनको है सही सतगुरु जिन पर दयाल। श्वास जाए परवाह न करो, पुन पुन लायो वाक, भगत जान वैराग की धरियो अपना हाथ। विनती करूं हाथ जोड़ के, सुनो गुरु रविदास, कृपा की जो दास पे करो बुद्ध प्रकाश। सोहंग नाम जहाज है चढ़ो सो तेरे पार, जो श्रद्धा कर से मंद सतगुर पार उतार निहार। नमस्कार गुरुदेव को जुग जुग तार निहार। चेता चमारी शिवाल मीक जी नाम देव कुल तार, नाम देव कुल तार जुगा जुग तारा भगत कबीर। जैन बहादुर शैन की संबुख ऋषि बलवीर। रंका बंका पीलनी भगत बैठार निहास, लो लंगर चलते रहे करो काम को रास। जिया जंत परिवार का रहे नाम से ध्यान, गुरु रविदास ऋषि वाल्मीक जी सदा करे कल्याण। जिया जंत परिवार का रहे नाम से ध्यान, गुरु रविदास ऋषि वाल्मीक जी सदा करे कल्याण। श्लोक हर सोहीरा छाड़ के करे आन की आस, तेनर दो जिख जाएंगे सत पाखे रविदास। ऐसा चाहूं राज में जहाँ मिले सबन को अन्न, छोट बड़ो सब समवस रविदास रहे प्रसन्न। छोट बड़ो सब समवस रविदास रहे प्रसन्न। जो बोले सो निर्वै
सतगुरु रविदास महाराज की जय। स्वामी जगत गिर महाराज की जय। स्वामी गुरुदेव गिर महाराज की जय। सब साध संतन की जय। जय गुरुदेव, जय गुरु रविदास जी।